नौजवान वर्ग है होर बहुत वर्ग ने, वो तो कहते हैं कि ये लड़ाई खाली किसानां दी है ते सानू की जरूरत है। बहुत सारे नौजवान भी अजे तक घरां च बैठे जातां च धर्मां च गोटां च वंड के रखा जा सके ताकि इकट्ठे होकर अपनी ताकत की पहचान ना कर सके। खाली किसानां दी नहीं ते हुण ते जिहड़ी तैयारी है वो सिक्ख्या दी जिहड़ी निजीकरण की तैयारी ते सिक्ख्या दी भी कर ली गई है पूरी जिवें कि इत्थे थर्मल के अंदर 40,000 पोस्टां नूं खत्म करने की मांग है, सिक्ख्या के अंदर ऑनलाइन एजुकेशन नूं प्रमोट कर रहे हैं। इस तरह साडी वाटर सप्लाई का महकमा, साडा रोड का महकमा, साडा ट्रांसपोर्ट का महकमा है, सारिਆਂ ਨੂੰ ਉਹਨਾਂ ਨੇ रिपोर्ट ਦੇ ਵਿੱਚ साफ लिखिਆ। अजकल जिहड़ी है एकजुटता है, हरेक वर्ग जिहड़ा किसानां दे नाल आके खड़ा हो रहा है, पर कुछ लोगों को वो भी चुभ रहे। जिस गल नूं बुझना है कि साडे बापू तो सारी उम्र करजे की पंड नहीं लही, ਉਹਦੇ ਜ਼ਿੰਮੇਵਾਰ कौन ने, इस गल नूं जानण वास्ते समझण वास्ते ਅੱਜ ਉਹ ਨੌਜਵਾਨ ਸੰਘਰਸ਼ਾਂ ਦੇ मैदान 'ਚ ਨੇ ਤੇ ਆਉਣ ਵਾਲੇ ਦਿਨਾਂ 'ਚ ਇਹਨਾਂ ਨੇ ਗਵਾਹੀ ਕਰਕੇ ਇਸ ਸੰਘਰਸ਼ ਨੂੰ ਜਿੱਤ ਵੱਲ ਨੂੰ किसान है जिहड़ा अपनी ਜਿਹੜੀ ਮੌਜੂਦਾ ਹਾਲਤ ਦੇ ਲਈ ਖੁਦ ਜ਼ਿੰਮੇਵਾਰ ਹੈ, ਕਿਉਂਕਿ ਖਰਚੇ ਬੜੇ ਵਧਾਏ ਹੋਏ ਨੇ ਉਹਨਾਂ ਨੇ। ਕਿੰਨੀ ਵੱਡੀ ਪੱਧਰ ਤੇ ਰੇਹਾਂ ਸਪਰੇਹਾਂ ਉਹਨਾਂ ਦੀ ਸਾਰਿਆਂ ਦੀ ਖਪਤ ਵੱਧੀ ਹੈ। ਜੋ ਖੇਤੀਬਾੜੀ ਹੈ ਅੱਜ ਘਾਟੇ ਦਾ ਸੌਦਾ ਹੋਈ ਵੀ ਆ, ਉਸ ਕਰਕੇ ਕਿਸਾਨ ਕਰਜ਼ਾਈ ਹੋਇਆ। ਤੁਸੀਂ ਖੇਤੀਬਾੜੀ ਦੇ ਵਿੱਚ ਹੀ ਲਾ ਲਓ, ਇੱਥੇ ਕੰਬਾਈਨਾਂ ਆਈਆਂ ਨੇ, ਇੱਥੋਂ ਦੀ ਨਵੀਂ ਮਸ਼ੀਨਰੀ ਆਈ ਹੈ ਜਿਨ੍ਹਾਂ ਨੇ ਕਿਸਾਨ ਨੂੰ ਉਹਦੇ ਖੇਤਾਂ 'ਚੋਂ ਬਾਹਰ ਕਰਤਾ ਤੇ ਉਹਨਾਂ ਦਾ ਮੁਨਾਫਾ ਨੇ ਜਿਹੜੀਆਂ ਉਹ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਨੂੰ ਹੋਈਆਂ। ਇਹ ਜੇ ਲੜਾਈ ਆ ਆਰਡੀਨੈਂਸਾਂ ਦੀ ਲੜਾਈ ਵੀ ਇਹਨੂੰ ਵੀ ਜਿੱਤਣਾ ਤਾਂ ਵੀ ਇਹਦੇ 'ਚ ਹਰ ਵਰਗ ਨੂੰ, ਚਾਹੇ ਉਹ ਮੁਸਲਿਮ ਭਾਈਚਾਰਾ ਹੈ, ਚਾਹੇ ਉਹ ਸਿੱਖ ਭਾਈਚਾਰਾ ਹੈ, ਚਾਹੇ ਕੋਈ ਹਿੰਦੂ ਭਾਈਚਾਰਾ ਹੈ, ਚਾਹੇ ਕੋਈ ਹੋਰ ਭਾਈਚਾਰੇ ਦੇ ਲੋਕ ਨੇ, ਉਹਨਾਂ ਨੂੰ ਬਿਲਕੁਲ ਇਸ ਮੌਕੇ ਕਿਸਾਨਾਂ ਦੇ ਨਾਲ ਆਉਣਾ ਚਾਹੋ ਕਿ ਅਸੀਂ ਕਿਰਤ ਕਰਨ ਵਾਲੇ ਹਾਂ, ਅਸੀਂ ਮਿਹਨਤ ਮਜ਼ਦੂਰੀਆਂ ਕਰਨ ਵਾਲੇ ਹਾਂ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਕਿਸਾਨਾਂ ਦਾ ਜਿਹੜਾ ਰੋਸ ਮੁਜ਼ਾਹਰਾ ਹੈ, ਧਰਨੇ ਨੇ, ਉਹ ਲਗਾਤਾਰ ਪੰਜਾਬ ਦੇ ਵਿੱਚ ਇਸ ਵੇਲੇ ਪੂਰੇ ਸਿਖਰਾਂ ਦੇ ਉੱਤੇ ਨੇ। ਮੁਸਲਿਮ ਵਰਗ ਹੋਵੇ ਜਾਂ ਫਿਰ ਅਧਿਆਪਕ ਵਰਗ ਹੋਵੇ ਜਾਂ ਫਿਰ ਮਜ਼ਦੂਰ ਵਰਗ ਹੋਵੇ, ਹਰੇਕ ਨੇ ਆਪੋ ਆਪਣਾ ਜਿਹੜਾ ਸਮਰਥਨ ਹੈ ਉਹ ਕਿਸਾਨ ਵਰਗ ਨੂੰ ਦਿੱਤਾ ਹੋਇਆ। ਅਜਿਹੇ ਦੇ ਵਿੱਚ ਕੁਝ ਨੌਜਵਾਨ ਨੇ ਸਾਡੇ ਨਾਲ ਜਿਹੜੇ ਅਧਿਆਪਕ ਵਰਗ ਨਾਲ ਸੰਬੰਧਿਤ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਮਸਲਾ ਸਿਰਫ ਕਿਸਾਨਾਂ ਦਾ ਮਸਲਾ ਨਹੀਂ, ਕਿਉਂਕਿ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਜਿਹੜੇ ਆਰਡੀਨੈਂਸ ਨੇ, ਹੋਰ ਬਹੁਤ ਸਾਰੇ ਕਾਨੂੰਨ ਨੇ ਜਿਹੜੇ ਉਹ ਪਾਸ ਕੀਤੇ ਗਏ ਨੇ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜੁੜੇ ਨੇ। ਕੀ ਨਾਂ ਹੈ ਜੀ ਤੁਹਾਡਾ? ਮੇਰਾ ਨਾਮ ਪਰਵਿੰਦਰ ਸਿੰਘ ਹੈ ਜੀ। ਪਰਵਿੰਦਰ ਜੀ, ਕਿਹੜੀ ਯੂਨੀਅਨ ਨਾਲ ਤੁਸੀਂ ਬਿਲੋਂਗ ਕਰਦੇ ਹੋ ਔਰ ਅੱਜ ਇੱਥੇ ਕੀ ਕਰਨਾ ਹੈ? ਅਸੀਂ ਸਰ ਡੈਮੋਕ੍ਰੈਟਿਕ ਟੀਚਰ ਫਰੰਟ ਪੰਜਾਬ ਵੱਲੋਂ ਆਏ ਹਾਂ। ਅਸੀਂ ਸਮਝਦੇ ਹਾਂ ਕਿ ਜੋ ਕਿਸਾਨਾਂ ਦੀ ਲੜਾਈ ਚੱਲ ਰਹੀ ਆ ਆਰਡੀਨੈਂਸਾਂ ਦੇ ਖਿਲਾਫ, ਇਹ ਮਹਿਜ਼ ਕਿਸਾਨਾਂ ਦੀ ਲੜਾਈ ਨਹੀਂ, ਕਿਉਂਕਿ ਅਸੀਂ ਵੀ ਉਹਨਾਂ ਦੇ ਧੀਆਂ ਪੁੱਤਾਂ, ਅਸੀਂ ਵੀ ਪਿੰਡਾਂ 'ਚ ਰਹਿੰਦੇ। ਇਸ ਕਰਕੇ ਜਿੱਥੇ ਜੋ ਸਾਡੇ ਅੱਜ ਬਜ਼ੁਰਗ ਨੇ, ਮਾਂ ਪਿਓ ਨੇ, ਜੇ ਉਹ ਸੰਕਟ ਦੇ ਸਮੇਂ ਸੰਘਰਸ਼ਾਂ ਦੇ ਮੈਦਾਨ 'ਚ ਨੇ, ਫਿਰ ਅਸੀਂ ਘਰੇ ਨਹੀਂ ਬੈਠ ਸਕਦੇ। ਇਸ ਕਰਕੇ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪਲੱਸ ਕਿਉਂਕਿ ਜੇ ਅੱਜ ਪੰਜਾਬ ਦਾ ਵੱਡਾ ਹਿੱਸਾ ਕਿਸਾਨੀ ਦੇ ਉੱਤੇ ਸੰਕਟ ਆ, ਜੇ ਇਹ ਆਪਣੀ ਲੜਾਈ ਦੇ ਵਿੱਚ ਸਰਕਾਰ ਕਾਮਯਾਬ ਹੋ ਸਕਦੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਹੋਰ ਪਬਲਿਕ ਸੈਕਟਰ ਨੇ, ਇੱਥੇ ਐਜੂਕੇਸ਼ਨ ਆ, ਸਿਹਤ ਆ, ਜਿਹਦੇ 'ਚ ਪਹਿਲਾਂ ਹੀ ਬਹੁਤ ਨਿਗੂਣੀਆਂ ਸਹੂਲਤਾਂ ਇੱਥੋਂ ਦੇ ਲੋਕਾਂ ਨੂੰ ਮਿਲਦੀਆਂ ਨੇ, ਸਰਕਾਰ ਨੇ ਉੱਧਰ ਵੱਲ ਨੂੰ ਵੀ ਵਧਣਾ। ਇਸ ਕਰਕੇ ਸਾਡੀ ਸਾਰਿਆਂ ਦੀ ਸਾਂਝੀ ਲੜਾਈ ਬਣ ਸਕਦੀ ਹੈ। ਇਸ ਕਰਕੇ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅੱਜ ਇਸ ਸੰਘਰਸ਼ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹਾਂ। ਤੇ ਲੇਕਿਨ ਬਹੁਤ ਸਾਰੇ ਜਿਹੜੇ ਨੌਜਵਾਨ ਵਰਗ ਹੈ, ਹੋਰ ਬਹੁਤ ਵਰਗ ਨੇ, ਉਹ ਤਾਂ ਕਹਿੰਦੇ ਨੇ ਕਿ ਇਹ ਤਾਂ ਲੜਾਈ ਖਾਲੀ ਕਿਸਾਨਾਂ ਦੀ ਹੈ ਤੇ ਸਾਨੂੰ ਕੀ ਜ਼ਰੂਰਤ ਹੈ। ਉਹ ਬਹੁਤ ਸਾਰੇ ਨੌਜਵਾਨ ਵੀ ਅਜੇ ਤੱਕ ਘਰਾਂ 'ਚ ਬੈਠੇ ਨੇ। ਦੇਖੋ ਜੀ, ਜੋ ਇੱਥੋਂ ਸਾਡੇ ਪ੍ਰਬੰਧ ਦੇ ਅੰਦਰ ਵੋਟ ਕਰਨ ਵਾਲੀਆਂ ਪਾਰਟੀਆਂ ਨੇ, ਉਹਨਾਂ ਦੀ ਹਮੇਸ਼ਾ ਹੀ ਇਹ ਮਨਸ਼ਾ ਰਹੀ ਹੈ ਕਿ ਇੱਥੋਂ ਦੇ ਲੋਕਾਂ ਨੂੰ ਜਾਤਾਂ 'ਚ ਧਰਮਾਂ 'ਚ ਗੋਟਾਂ 'ਚ ਵੰਡ ਕੇ ਰੱਖਿਆ ਜਾ ਸਕੇ ਤਾਂ ਕਿ ਇਕੱਠੇ ਹੋ ਕੇ ਆਪਣੀ ਤਾਕਤ ਦੀ ਪਹਿਚਾਣ ਨਾ ਕਰ ਸਕੇ। ਇਸ ਕਰਕੇ ਜਿਹੜਾ ਹੁਣ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਕਿਸਾਨਾਂ ਦੀ ਲੜਾਈ ਹੈ, ਇਹ ਨਹੀਂ, ਕਿਉਂਕਿ ਕਿਸਾਨੀ ਦੇ ਨਾਲ ਹਰ ਵਰਗ ਜੁੜਿਆ। ਕਿਸਾਨੀ ਦੇ ਨਾਲ ਛੋਟੇ ਕਿਰਤ ਕਰਨ ਵਾਲੇ ਲੋਕ ਜੁੜੇ ਨੇ, ਕਿਸਾਨੀ ਦੇ ਨਾਲ ਇੱਥੋਂ ਦੀਆਂ ਛੋਟੀਆਂ ਪਰਚੂਨ ਦਾ ਖੇਤਰ ਜੁੜਿਆ, ਕਿਸਾਨੀ ਦੇ ਨਾਲ ਇੱਥੋਂ ਪ੍ਰੋਡਕਸ਼ਨ ਦਾ ਖੇਤਰ ਜੁੜਿਆ, ਕਿਸਾਨੀ ਦੇ ਨਾਲ ਮੈਨੂਫੈਕਚਰਿੰਗ ਦਾ ਖੇਤਰ ਜੁੜਿਆ। ਇਸ ਕਰਕੇ ਜੇ ਕਿਸਾਨੀ ਸੰਕਟ 'ਚ ਆ, ਜੇ ਕਿਸਾਨਾਂ ਦੀਆਂ ਜ਼ਮੀਨਾਂ ਖੁੱਸ ਰਹੀਆਂ ਨੇ, ਜੇ ਉਹਨਾਂ ਦੇ ਕਾਰੋਬਾਰ ਠੱਪ ਹੋ ਰਹੇ ਨੇ, ਤੇ ਇਹਦੀ ਮਾਰ ਹੈ ਜਿਹੜੀ ਇਹ ਹਰ ਵਰਗ ਤੇ ਪੈਣੀ ਹੈ, ਉਹਨਾਂ ਦੀ ਵੀ ਤਬਾਹੀ ਹੋਣੀ ਹੈ। ਤੇ ਹੌਲੀ ਹੌਲੀ ਜੋ ਸਾਡਾ ਮੁਲਕ ਹੈ ਇਹ ਕਾਰਪੋਰੇਟ ਹੱਥਾਂ 'ਚ ਚਲਾ ਜਾਣਾ ਹੈ, ਇਹ ਵਰਲਡ ਬੈਂਕ ਦੇ ਹੱਥਾਂ 'ਚ ਚਲਾ ਜਾਣਾ। ਇਸ ਕਰਕੇ ਇਹ ਲੜਾਈ ਹੈ ਜੋ ਅੱਜ ਸਾਰੇ ਵਰਗ ਦੀ ਸਾਂਝੇ ਹੋ ਕੇ ਬਣਦੀ ਲੜਾਈ ਹੈ। ਪਰ ਗੱਲ ਤਾਂ ਇਹ ਹੈ ਕਿ ਖਾਲੀ ਕਿਸਾਨਾਂ ਦੀ ਨਹੀਂ, ਤੇ ਹੁਣ ਤੇ ਜਿਹੜੀ ਤਿਆਰੀ ਹੈ ਉਹ ਸਿੱਖਿਆ ਦੀ ਜਿਹੜੀ ਨਿੱਜੀਕਰਨ ਦੀ ਤਿਆਰੀ ਤੇ ਸਿੱਖਿਆ ਦੀ ਵੀ ਕਰ ਲਈ ਗਈ ਹੈ ਪੂਰੀ। ਇਸ ਬਾਬਤ ਕੀ ਸੋਚਦੇ ਹੋ ਤੁਸੀਂ? ਹਾਂ, ਬਿਲਕੁਲ ਅਸੀਂ ਦੱਸਣਾ ਚਾਹੁੰਦੇ ਕਿ ਜਿਸ ਸਮੇਂ ਸਰਕਾਰ ਨੇ ਆਰਡੀਨੈਂਸ ਪਾਸ ਕੀਤੇ ਨੇ, ਉਦੋਂ ਨਾਲ
ਪੰਜਾਬ ਦੇ ਅੰਦਰ ਵੀ ਇੱਥੋਂ ਦੀ ਸੂਬਾ ਸਰਕਾਰ ਨੇ ਮਨਟੇਕ ਸਿੰਘ ਆਹਲੂਵਾਲੀਆ ਦੇ ਰਾਹੀਂ ਰਿਪੋਰਟ ਪੇਸ਼ ਕੀਤੀ ਹੈ। ਉਹਨਾਂ 'ਚ ਬਹੁਤ ਸਪਸ਼ਟ ਕਿਹਾ ਹੈ ਕਿ ਸਾਡੇ ਸੂਬੇ ਦੇ ਅੰਦਰ ਜੋ ਪਬਲਿਕ ਸੈਕਟਰ ਦੇ ਅੰਦਰ ਖਾਲੀ ਸਾਮੀ ਪਈਆਂ ਨੇ, ਜਿਵੇਂ ਕਿ ਇੱਥੇ ਥਰਮਲ ਦੇ ਅੰਦਰ 40,000 ਪੋਸਟਾਂ ਨੂੰ ਖਤਮ ਕਰਨ ਦੀ ਮੰਗ ਹੈ, ਸਿੱਖਿਆ ਦੇ ਅੰਦਰ ਆਨਲਾਈਨ ਐਜੂਕੇਸ਼ਨ ਨੂੰ ਪ੍ਰਮੋਟ ਕਰ ਰਹੇ ਨੇ, ਇਸੇ ਤਰ੍ਹਾਂ ਸਾਡੀ ਵਾਟਰ ਸਪਲਾਈ ਦਾ ਮਹਿਕਮਾ, ਸਾਡਾ ਰੋਡ ਦਾ ਮਹਿਕਮਾ, ਸਾਡਾ ਟਰਾਂਸਪੋਰਟ ਦਾ ਮਹਿਕਮਾ, ਸਾਰਿਆਂ ਨੂੰ ਉਹਨਾਂ ਨੇ ਰਿਪੋਰਟ ਦੇ ਵਿੱਚ ਸਾਫ਼ ਲਿਖਿਆ ਕਿ ਇਹ ਸਰਕਾਰ ਦੇ ਉੱਤੇ ਬੋਝ ਨੇ, ਇਹਨਾਂ 'ਚੋਂ ਸਰਕਾਰ ਆਪਣਾ ਹੱਥ ਵਾਪਸ ਲਵੇ ਤੇ ਇਹਨਾਂ ਨੂੰ ਹੌਲੀ ਹੌਲੀ ਪ੍ਰਾਈਵੇਟ ਸੈਕਟਰ ਦੇ ਵੱਲ ਨੂੰ ਤਰਜੀਹ ਦੇਵੇ। ਇਸ ਕਰਕੇ ਅਸੀਂ ਸਮਝਦੇ ਹਾਂ ਕਿ ਸਰਕਾਰ ਅੱਜ ਜਿਵੇਂ ਦੁਸ਼ਮਣਾਨਾ ਸਮਝ ਰੱਖਦੀ ਆ ਵੀ ਇਹ ਕਿਸਾਨ, ਮਜ਼ਦੂਰ, ਮੁਲਾਜ਼ਮਾਂ ਜਾਂ ਆਰਡੀਨੈਂਸਾਂ ਦੀ ਲੜਾਈ ਲੜ ਰਹੀ ਆ, ਉੱਥੇ ਸੂਬਾ ਸਰਕਾਰ ਹੈ ਜਿਹੜੀ ਉਹ ਮਨਟੇਕ ਸਿੰਘ ਆਹਲੂਵਾਲੀਆ ਰਿਪੋਰਟ ਦੇ ਰਾਹੀਂ, ਜਿਹਦੇ 'ਚ ਇੱਥੋਂ ਦੇ ਵੱਡੇ ਵੱਡੇ ਇੰਡਸਟਰੀਅਲਿਸਟ ਸ਼ਾਮਲ ਨੇ, ਠੀਕ ਹੈ, ਜਿਨ੍ਹਾਂ ਨੇ ਪਿਛਲੇ ਸਮੇਂ ਦੇ ਅੰਦਰ ਜਦੋਂ ਕਰੋਨਾ ਕਰਕੇ ਲੋਕ ਰਾਸ਼ਨ ਦੇ ਖਣੋਂ ਮਰ ਰਹੇ ਸੀ, ਭੁੱਖਣ ਭਾਣੇ ਮਰ ਰਹੇ ਸੀ, ਜਦੋਂ ਸਾਡੇ ਪ੍ਰਵਾਸੀ ਮਜ਼ਦੂਰ ਨੇ ਲੱਖਾਂ ਦੀ ਗਿਣਤੀ 'ਚ ਆਪਣੇ ਦੇਸ਼ਾਂ ਨੂੰ ਵਾਪਸ ਜਾ ਰਹੇ ਸੀ, ਉਸ ਮੌਕੇ ਤੋਂ ਆਹਲੂਵਾਲੀਆ ਵਰਗਿਆਂ ਦੇ ਬੁੱਧੀਜੀਵੀਆਂ ਨੇ ਸਰਕਾਰ ਨੂੰ ਪ੍ਰਪੋਜ਼ਲਾਂ ਦਿੱਤੀਆਂ ਕਿ ਤੁਸੀਂ ਕਰੋੜਾਂ ਰੁਪਏ ਜੋ ਮਲਟੀਨੈਸ਼ਨਲ ਕੰਪਨੀਆਂ ਨੇ, ਕਾਰਪੋਰੇਟ ਨੇ, ਉਹਨਾਂ ਨੂੰ ਮਾਫ ਕੀਤਾ ਹੈ ਤੇ ਹੁਣ ਦੁਬਾਰਾ ਫਿਰ ਇਹ ਰਿਪੋਰਟ ਬਣਾ ਕੇ ਪੰਜਾਬ ਦੇ ਅੰਦਰ ਜੋ ਸਾਡੀ ਸਿੱਖਿਆ, ਜੋ ਸਾਡੀ ਸਿਹਤ ਹੈ, ਉਹਨਾਂ ਨੂੰ ਵੀ ਕਾਰਪੋਰੇਸ਼ਨ ਨੂੰ ਸੰਭਾਉਣ ਵਾਸਤੇ ਰਾਹ ਪੱਧਰਾ ਕਰ ਰਹੇ ਨੇ। ਇਸ ਕਰਕੇ ਅਸੀਂ ਉਹ ਲੜਾਈ ਲੜ ਰਹੇ ਹਾਂ, ਪੰਜਾਬ ਦੇ ਮੁਲਾਜ਼ਮ ਨੇ, ਅਧਿਆਪਕ ਨੇ, ਉਸ ਮੌਕੇ ਨਾਲੋਂ ਨਾਲ ਅਸੀਂ ਇਹ ਜੋ ਵੱਡੀ ਲੜਾਈ ਹੈ ਕਿਸਾਨਾਂ ਦੀ, ਇਹਦੇ ਵਿੱਚ ਵੀ ਹਿੱਸਾ ਪਾਈ ਕਰ ਰਹੇ ਹਾਂ। ਪਰ ਅੱਜ ਕੱਲ੍ਹ ਜਿਹੜੀ ਹੈ ਇਕਜੁੱਟਤਾ ਹੈ, ਹਰੇਕ ਵਰਗ ਜਿਹੜਾ ਕਿਸਾਨਾਂ ਦੇ ਨਾਲ ਆ ਕੇ ਖੜਾ ਹੋ ਰਿਹਾ, ਪਰ ਕੁਝ ਕੁ ਲੋਕਾਂ ਨੂੰ ਉਹ ਵੀ ਚੁੱਭ ਰਿਹਾ। ਦੇਖੋ ਜੀ, ਕਿਸਾਨ ਲਹਿਰ ਨੇ ਇੱਥੇ ਨੇ ਜਿੱਥੇ ਆਪਣੀ ਏਕਤਾ ਨੂੰ ਸਮਝਿਆ, ਜਿੱਥੇ ਸੰਘਰਸ਼ ਦੇ ਮੈਦਾਨ 'ਚ ਆਏ ਨੇ, ਉੱਥੇ ਇਹਨਾਂ ਨੇ ਇੱਕ ਨਵਾਂ ਇਤਿਹਾਸ ਵੀ ਸਿਰਜਿਆ। ਤੁਸੀਂ ਅੱਜ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਨੇ ਜੋ ਪਹਿਲਾਂ ਜੋ ਘਰਾਂ 'ਚ ਸੀ, ਜੋ ਮੋਬਾਈਲਾਂ 'ਚ ਖੁੱਬੇ ਪਏ ਸੀ, ਜੋ ਲੱਚਰ ਸੱਭਿਆਚਾਰ ਦੇ ਵਿੱਚ ਗ੍ਰਸਤ ਹੋਏ ਪਏ ਸੀ, ਜਿਹਨੂੰ ਸਿੰਗਰਾਂ ਦੇ ਪਿੱਛੇ ਲੜ ਰਹੇ ਸੀ, ਅੱਜ ਉਹ ਸੰਘਰਸ਼ਾਂ ਦੇ ਮੂਹਰੇ ਆਪਣੇ ਮਾਪਿਓ ਦੇ ਨਾਲ ਝੰਡੇ ਲੈ ਕੇ ਬੈਠੇ ਨੇ। ਇਸ ਕਰਕੇ ਇੱਥੋਂ ਦੇ ਨੌਜਵਾਨਾਂ ਨੇ ਇਹ ਗੱਲ ਸਮਝ ਰਹੀ ਹੈ ਕਿ ਵੋਟ ਬਟੋਰੂ ਪਾਰਟੀਆਂ ਨੇ, ਇੱਥੋਂ ਦੇ ਮਾੜੇ ਸੱਭਿਆਚਾਰ ਨੇ, ਜਿਨ੍ਹਾਂ ਨੇ ਸਾਡੇ ਹਮੇਸ਼ਾ ਵੰਡੀਆਂ ਪਾ ਕੇ ਰੱਖੀਆਂ, ਉਹਨਾਂ ਦੇ ਲੜ ਲੱਗ ਕੇ ਪਾਰ ਨਹੀਂ ਹੋਣਾ। ਜੇ ਆਪਣਾ ਪਾਰ ਨਿਤਾਰਾ ਕਰਨਾ, ਜੇ ਆਪਣੇ ਇਸ ਗੱਲ ਨੂੰ ਬੁੱਝਣਾ ਕਿ ਸਾਡੇ ਹਿੱਸੇ ਦੀ ਨੌਕਰੀ ਕੌਣ ਲੈ ਗਿਆ, ਜੇ ਇਸ ਗੱਲ ਨੂੰ ਬੁੱਝਣਾ ਕਿ ਸਾਡੇ ਬਾਪੂ ਤੋਂ ਸਾਰੀ ਉਮਰ ਕਰਜ਼ੇ ਦੀ ਪੰਡ ਨਹੀਂ ਲਈ, ਉਹਦੇ ਜ਼ਿੰਮੇਵਾਰ ਕੌਣ ਨੇ, ਇਸ ਗੱਲ ਨੂੰ ਜਾਣਨ ਵਾਸਤੇ, ਸਮਝਣ ਵਾਸਤੇ ਅੱਜ ਉਹ ਨੌਜਵਾਨ ਸੰਘਰਸ਼ਾਂ ਦੇ ਮੈਦਾਨ 'ਚ ਨੇ ਤੇ ਆਉਣ ਵਾਲੇ ਦਿਨਾਂ 'ਚ ਇਹਨਾਂ ਨੇ ਗਵਾਹੀ ਕਰਕੇ ਇਸ ਸੰਘਰਸ਼ ਨੂੰ ਜਿੱਤ ਵੱਲ ਨੂੰ ਲੈ ਕੇ ਜਾਣਾ। ਕਿਤੇ ਨਾ ਕਿਤੇ ਜਿਹੜੇ ਲੋਕ ਨੇ ਉਹ ਤਾਂ ਇਹ ਕਹਿ ਰਹੇ ਨੇ ਕਿ ਕਿਸਾਨ ਹੈ ਜਿਹੜਾ ਆਪਣੀ ਜਿਹੜੀ ਮੌਜੂਦਾ ਹਾਲਤ ਦੇ ਲਈ ਖੁਦ ਜ਼ਿੰਮੇਵਾਰ ਹੈ, ਕਿਉਂਕਿ ਖਰਚੇ ਬੜੇ ਵਧਾਏ ਹੋਏ ਨੇ ਉਹਨਾਂ ਨੇ। ਦੇਖੋ ਜੀ, ਉਹ ਜਿਸ ਸਮੇਂ ਸਾਡੇ ਮੁਲਕ ਦੇ ਅੰਦਰ ਜਦੋਂ ਗ੍ਰੀਨ ਰੈਵੋਲੂਸ਼ਨ ਆਇਆ, ਉਦੋਂ ਉਹਨਾਂ ਨੇ ਬਹੁਤ ਪ੍ਰਚਾਰ ਕੀਤਾ ਕਿ ਹੁਣ ਕਿਸਾਨ ਦੇ ਹਾਲਾਤ ਬਦਲ ਜਾਣਗੇ, ਪਰ ਹੌਲੀ ਹੌਲੀ ਜਦੋਂ ਉਹਨਾਂ ਨੇ ਪਰਤਾਂ ਉੱਧੜੀਆਂ ਤਾਂ ਸਾਡੇ ਸਾਹਮਣੇ ਹੈ ਕਿ ਉਹ ਜੋ BT ਸਾਡੇ ਪੰਜਾਬ ਦੇ ਅੰਦਰ ਜਦੋਂ ਬੀਜ ਆਏ ਨੇ, ਉਹਨਾਂ ਦੇ ਨਾਲ ਕਿੰਨੀ ਵੱਡੀ ਪੱਧਰ ਤੇ ਰੇਹਾਂ ਸਪਰੇਹਾਂ ਉਹਨਾਂ ਦੀ ਸਾਰਿਆਂ ਦੀ ਖਪਤ ਵੱਜੀ ਹੈ। ਜੋ ਖੇਤੀਬਾੜੀ ਹੈ ਅੱਜ ਘਾਟੇ ਦਾ ਸੌਦਾ ਹੋਈ ਪਈ ਆ, ਉਸ ਕਰਕੇ ਕਿਸਾਨ ਕਰਜ਼ਾਈ ਹੋਇਆ। ਉਹਨਾਂ ਦਾ ਪ੍ਰਚਾਰ ਹੈ ਕਿ ਕਿਸਾਨ ਪ੍ਰਦੂਸ਼ਣ ਕਰਦਾ, ਪਰ ਤੁਸੀਂ ਰੇਸ਼ੋ ਕੱਢ ਕੇ ਦੇਖ ਲਓ, ਜਿੰਨਾ ਪ੍ਰਦੂਸ਼ਣ ਇਹ ਕਾਰਪੋਰੇਟ ਸੈਕਟਰ ਕਰਦੇ ਨੇ, ਇੱਥੋਂ ਦੀਆਂ ਵੱਡੀ ਇੰਡਸਟਰੀਜ਼ ਕਰਦੇ, ਉਹਦੇ ਮੁਕਾਬਲੇ ਬਹੁਤ ਨਿਗੁਣਾ ਪ੍ਰਦੂਸ਼ਣ ਹੈ। ਪਰ ਇਹਦਾ ਬਦਲ ਵੀ ਸਰਕਾਰ ਨੂੰ ਕਰਨਾ ਚਾਹੀਦਾ। ਸਰਕਾਰ ਨੂੰ ਕਿਸਾਨਾਂ ਦੇ ਵਾਜਬ ਮੁੱਲ ਤੈਅ ਕਰਨੇ ਚਾਹੀਦੇ। ਜਿਸ ਰਫ਼ਤਾਰ ਨਾਲ ਰੇਹਾਂ ਸਪਰੇਹਾਂ ਬੀ ਖਰਚੇ ਵੱਧ ਰਹੇ ਨੇ, ਉਸ ਰੇਸ਼ੋ ਨਾਲ ਕਿਸਾਨਾਂ ਦੀ ਜਿੰਸ ਦੇ ਮੁੱਲ ਪੈਣੇ ਚਾਹੀਦੇ ਨੇ, ਫਿਰ ਕਿਸਾਨ ਇਸ ਕਰਜ਼ੇ ਦੇ ਸੰਕਟ 'ਚੋਂ ਬਾਹਰ ਨਿਕਲ ਸਕਦਾ ਹੈ। ਨਹੀਂ ਇਦੋਂ ਬਿਨਾਂ ਦਾ ਕੋਈ ਬਦਲ ਨਹੀਂ ਹੈਗਾ। ਇਸ ਕਰਕੇ ਕਿਸਾਨ ਅੱਜ ਵੀ ਰੌਲਾ ਪਾ ਰਹੇ ਨੇ। ਜੇ MSP ਦੀ ਗੱਲ ਆ, ਠੀਕ ਹੈ, ਮਿਨੀਮਮ ਸਪੋਰਟ ਪ੍ਰਾਈਸ, ਤਾਂ ਉਹ ਵੀ ਇਸ ਗੱਲ ਨੂੰ ਸੰਕੇਤ ਕਰਦਾ ਕਿ ਜੋ ਸਰਕਾਰਾਂ ਦੇ ਕਿਸਾਨਾਂ ਦੇ ਖਰਚੇ ਨੇ, ਉਸ ਮੁਕਾਬਲ ਜਿੰਸਾਂ ਦੇ ਭਾਅ ਤੈਅ ਹੋਣ ਕਰੇ, ਜੋ ਕਿ ਇੱਥੋਂ ਦੀ ਕਾਰਪੋਰੇਸ਼ਨਾਂ ਨੇ ਨਹੀਂ ਕਰਨੇ। ਉਹਨਾਂ ਦੀ ਅੱਖ ਹੈ ਇੱਥੋਂ ਦੇ ਕਿਸਾਨਾਂ ਦੀ ਜ਼ਮੀਨਾਂ 'ਤੇ। ਇਸ ਕਰਕੇ ਇਸ ਜ਼ਮੀਨ ਨੂੰ, ਇਸ ਖੇਤੀਬਾੜੀ ਨੂੰ ਜਾਣਬੁੱਝ ਕੇ ਘਾਟੇ ਦਾ ਸੌਦਾ ਬਣਾ ਕੇ ਇਸ ਕਿਸਾਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਕਿ ਉਹ ਆਪਣੀਆਂ ਜ਼ਮੀਨਾਂ ਵੇਚਣ ਲਈ ਮਜਬੂਰ ਹੋਣ। ਤੁਸੀਂ ਇੱਕ ਗੱਲ ਕਹੀ ਹੈ, ਤੁਸੀਂ ਕਹਿ ਰਹੇ ਹੋ ਕਿ ਅੱਜ ਸੰਘਰਸ਼ ਦੇ ਵਿੱਚੋਂ ਸਮਝਣ ਦੀ ਜ਼ਰੂਰਤ ਹੈ ਕਿ ਸਾਡੇ ਹਿੱਸੇ ਦੀਆਂ, ਨੌਜਵਾਨਾਂ ਦੇ ਹਿੱਸੇ ਦੀਆਂ ਨੌਕਰੀਆਂ ਕੌਣ ਲੈ ਗਏ, ਸਾਡੇ ਤੇ ਕਰਜ਼ੇ ਨੇ ਜਿਹੜੇ ਉਹ ਕਿਉਂ ਦਿਨ ਪ੍ਰਤੀ ਦਿਨ ਵੱਧ ਰਹੇ ਨੇ, ਕਿਉਂ ਸਾਡਾ ਜਿਹੜਾ ਕਿਸਾਨ ਹੈ ਫਾਹਿਆਂ ਨੂੰ ਜਿਹੜਾ ਆਪਣੇ ਗੱਲ ਲਾ ਰਿਹਾ ਹੈ। ਤੇ ਫਿਰ ਤੁਸੀਂ ਕੀ ਮੰਨਦੇ ਹੋ, ਕੀ ਹੋਣਾ ਚਾਹੀਦਾ ਹੈ? ਦੇਖੋ ਜੀ, ਸਾਡੇ ਹਿੰਦੁਸਤਾਨ ਦੀ ਜੋ ਇਕਨੋਮੀ ਹੈ, ਅਸੀਂ ਇਹ ਸਮਝਦੇ ਹਾਂ ਆਪਣੀ ਜਥੇਬੰਦੀ ਵੱਲੋਂ ਕਿ ਇੱਥੇ ਲੇਬਰ ਬਹੁਤ ਵੱਡੀ ਮਾਤਰਾ 'ਚ ਮੌਜੂਦ ਹੈ। ਇੱਥੇ ਸਕਿਲਡ ਲੇਬਰ ਹੈਗੀ। ਇਸ ਕਰਕੇ ਜੋ ਇੱਥੇ ਤਕਨੀਕ ਆ, ਠੀਕ ਹੈ, ਉਹ ਇਸ ਕਿਸਮ ਦੀ ਹੋਣੀ ਚਾਹੀਦੀ ਹੈ ਜੋ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ, ਉਹਨਾਂ ਨੂੰ ਆਰਥਿਕ
ਮਤਲਬ ਪੈਰਾਂ ਸਿਰ ਖੜੇ ਹੋਣ ਦਾ ਬਲ ਬਖਸ਼ੇ। ਪਰ ਇੱਥੋਂ ਦੀਆਂ ਸਰਕਾਰਾਂ ਨੇ ਜਿਹੜੀਆਂ ਉਹ ਇਹੋ ਜਿਹੀਆਂ ਤਕਨੀਕਾਂ ਨੂੰ ਪ੍ਰਮੋਟ ਕਰਦੇ ਹਨ। ਤੁਸੀਂ ਖੇਤੀਬਾੜੀ ਦੇ ਵਿੱਚ ਹੀ ਲਾ ਲਓ, ਇੱਥੇ ਕੰਬਾਈਨਾਂ ਆਈਆਂ ਨੇ, ਇੱਥੋਂ ਦੀ ਨਵੀਂ ਮਸ਼ੀਨਰੀ ਆਈ ਹੈ ਜਿਨ੍ਹਾਂ ਨੇ ਕਿਸਾਨ ਨੂੰ ਉਹਦੇ ਖੇਤਾਂ 'ਚੋਂ ਬਾਹਰ ਕਰਤਾ ਤੇ ਉਹਨਾਂ ਦਾ ਮੁਨਾਫਾ ਨੇ ਜਿਹੜੀਆਂ ਉਹ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਨੂੰ ਹੋਈਆਂ। ਇਸੇ ਤਰੀਕੇ ਬਾਕੀ ਸੈਕਟਰਾਂ ਦੇ ਅੰਦਰ ਵੀ ਸਰਕਾਰ, ਜਿਵੇਂ ਹੁਣ ਕੰਪਿਊਟਰ ਹੈ ਤੇ ਲੋਕ ਬਹੁਤ ਕਹਿ ਦਿੰਦੇ ਨੇ ਵੀ ਯਾਰ ਜ਼ਮਾਨਾ ਹੁਣ ਕੰਪਿਊਟਰ ਦਾ, ਨਵੇਂ ਤਕਨੀਕੀ ਯੁੱਗ ਦਾ ਜ਼ਮਾਨਾ ਹੈ, ਜੇ ਅਸੀਂ ਇਹਨੂੰ ਅਡਾਪਟ ਨਹੀਂ ਕਰਾਂਗੇ ਤਾਂ ਪਿੱਛੇ ਰਹਿ ਜਾਵਾਂਗੇ। ਪਰ ਅਸੀਂ ਇਹ ਸਮਝਦੇ ਹਾਂ ਕਿ ਸਾਡੇ ਪੰਜਾਬ ਦੇ ਅੰਦਰ ਜੇ ਇੱਥੋਂ ਉਹ ਤਕਨੀਕ ਜਿਹੜੀ ਸਾਡੇ ਲਈ ਬੇਰੁਜ਼ਗਾਰੀ ਪੈਦਾ ਕਰਦੀ ਹੈ, ਉਹ ਟੈਕਨੋਲੋਜੀ ਜਿਹੜੀ ਨੌਜਵਾਨਾਂ ਦੇ ਰੁਜ਼ਗਾਰ ਦੇ ਰਾਹ ਬੰਦ ਕਰਦੀ ਹੈ, ਉਹ ਜ਼ਿੰਮੇਵਾਰ ਆ ਇੱਥੋਂ ਦੀ ਆਰਥਿਕਤਾ ਨੂੰ ਪਿੱਛੇ ਧੱਕਣ ਵਾਸਤੇ। ਇਸ ਕਰਕੇ ਸਰਕਾਰ ਨੂੰ ਫੌਰੀ ਤੌਰ ਦੇ ਉੱਤੇ ਸਾਰਵਜਨਿਕ ਖੇਤਰ ਵਾਸਤੇ ਆਪਣੀ ਇਨਵੈਸਟਮੈਂਟ ਵਧਾਉਣੀ ਚਾਹੀਦੀ ਹੈ। ਇੱਥੇ ਰੁਜ਼ਗਾਰ ਦੇ ਸੌਮੇ ਪੈਦਾ ਕਰਨੇ ਚਾਹੀਦੇ ਹੈ ਤਾਂ ਕਿ ਜੋ ਵੱਧ ਤੋਂ ਵੱਧ ਲੇਬਰ ਆ, ਜੋ ਵੱਧ ਤੋਂ ਵੱਧ ਇੱਥੋਂ ਦੀ ਨੌਜਵਾਨੀ ਆ, ਉਹਨਾਂ ਨੂੰ ਕੰਮ ਤੇ ਲਾਇਆ ਜਾ ਸਕੇ, ਉਹਨਾਂ ਨੂੰ ਪੈਰਾਂ ਸਿਰ ਖੜਾ ਕੀਤਾ ਜਾ ਸਕੇ। ਫੇਰ ਹੀ ਸਰਕਾਰ ਇਸ ਸੰਕਟ ਚੋਂ ਨੌਜਵਾਨਾਂ ਨੂੰ ਕੱਢ ਸਕਦੀ ਹੈ। ਇੱਕ ਆਖਰੀ ਸਵਾਲ ਤੁਹਾਡੇ ਕੋਲੋਂ, ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਦੀਆਂ ਸਾਂਝਾਂ ਅੱਜ ਮੁਸਲਮਾਨ ਭਾਈਚਾਰੇ ਵੱਲੋਂ ਇੱਥੇ ਪਾਈਆਂ ਗਈਆਂ ਨੇ, ਕਿਸ ਨਜ਼ਰੀਏ ਨਾਲ ਤੁਸੀਂ ਦੇਖਦੇ ਹੋ? ਕਦੇ ਸੋਚਿਆ ਸੀ ਤੁਸੀਂ ਜਾਂ ਤੁਸੀਂ ਕਦੇ ਕਲਪਨਾ ਕਰ ਸਕਦੇ ਸੀ ਕਿ ਇਹ ਭਾਈਚਾਰਾ ਵੀ ਇਹਨਾਂ ਸੰਘਰਸ਼ਾਂ ਦਾ ਹਿੱਸਾ ਬਣੇਗਾ? ਦੇਖੋ ਜੀ, ਇਸ ਤੋਂ ਪਹਿਲਾਂ ਅਸੀਂ ਇਹ ਚੀਜ਼ਾਂ ਸਿਰਫ ਕਿਤਾਬਾਂ 'ਚ ਪੜ੍ਹਦੇ ਸੀ ਕਿ ਮਨੁੱਖ ਦੀ ਜਾਤ ਇੱਕ ਆ, ਠੀਕ ਹੈ। ਪਰ ਇੱਥੋਂ ਦੀਆਂ ਵੋਟ ਬਟੋਰੂ ਪਾਰਟੀਆਂ ਨੇ, ਰਾਜ ਕਰਨ ਵਾਲੀਆਂ ਸਰਕਾਰਾਂ ਨੇ ਲੋਕਾਂ ਨੂੰ ਜਾਣਬੁੱਝ ਕੇ ਜਾਤਾਂ 'ਚ ਵੰਡਿਆ ਹੋਇਆ, ਧਰਮਾਂ 'ਚ ਵੰਡਿਆ ਹੋਇਆ ਤਾਂ ਕਿ ਲੋਕ ਆਪਣੀ ਏਕਤਾ ਨੂੰ ਨਾ ਪਛਾਣ, ਲੋਕ ਆਪਣੀ ਤਾਕਤ ਨੂੰ ਨਾ ਪਛਾਣ ਲੱਗ ਜਾਣ। ਪਰ ਇਹ ਸੰਘਰਸ਼ਾਂ ਨੇ ਜਿੱਥੇ ਸਾਨੂੰ ਸਰਕਾਰਾਂ ਦੇ ਪ੍ਰਤੀ ਟਾਰਗੇਟ ਕੀਤਾ, ਉੱਥੇ ਨਾਲੋਂ ਨਾਲ ਇਹ ਗੱਲ ਵੀ ਸਮਾਜ 'ਚ ਪੈਦਾ ਕੀਤੀ ਵੀ ਅਸੀਂ ਲੜਨ ਵਾਲੇ ਆ, ਉਹ ਇੱਕ ਮੁੱਠਾ। ਇਸ ਕਰਕੇ ਜੇ ਲੜਾਈ ਆ, ਆਰਡੀਨੈਂਸਾਂ ਦੀ ਲੜਾਈ ਵੀ ਇਹਨੂੰ ਵੀ ਜਿੱਤਣਾ ਤਾਂ ਵੀ ਇਹਦੇ 'ਚ ਹਰ ਵਰਗ ਨੂੰ, ਚਾਹੇ ਉਹ ਮੁਸਲਿਮ ਭਾਈਚਾਰਾ ਹੈ, ਚਾਹੇ ਉਹ ਸਿੱਖ ਭਾਈਚਾਰਾ ਹੈ, ਚਾਹੇ ਕੋਈ ਹਿੰਦੂ ਭਾਈਚਾਰਾ ਹੈ, ਚਾਹੇ ਕੋਈ ਹੋਰ ਭਾਈਚਾਰੇ ਦੇ ਲੋਕ ਨੇ, ਉਹਨਾਂ ਨੂੰ ਬਿਲਕੁਲ ਇਸ ਮੌਕੇ ਕਿਸਾਨਾਂ ਦੇ ਨਾਲ ਆਉਣਾ ਚਾਹੋ ਕਿ ਅਸੀਂ ਕਿਰਤ ਕਰਨ ਵਾਲੇ ਆ, ਅਸੀਂ ਮਿਹਨਤ ਮਜ਼ਦੂਰੀਆਂ ਕਰਨ ਵਾਲੇ ਆ। ਇਸ ਕਰਕੇ ਸਾਡੀ ਜਮਾਤ ਇੱਕ ਹੈ। ਇਹ ਲੜਾਈ ਹੈ ਜੋ ਜਿਹੜੀ ਇਹ ਜਾਤਾਂ ਦੀ, ਧਰਮਾਂ ਦੀ, ਗੋਤਾਂ ਦੀ, ਕਿੱਤੇ ਦੀ ਲੜਾਈ ਨਹੀਂ, ਇਹ ਕਲਾਸਾਂ ਦੀ ਲੜਾਈ ਹੈ। ਇੱਕ ਜਮਾਤ ਉਹ ਹੈ ਜੋ ਕਿਰਤ ਕਰਦੇ ਨੇ, ਮਿਹਨਤ ਮਜ਼ਦੂਰੀਆਂ ਕਰਦੇ ਨੇ। ਇੱਕ ਕਲਾਸ ਉਹ ਹੈ ਜੋ ਰਾਜ ਕਰਦੀ ਹੈ, ਜੋ ਵੋਟ ਬਟੋਰੂ ਪਾਰਟੀਆਂ ਦੀ ਕਲਾਸ ਹੈ। ਇਸ ਕਰਕੇ ਉਹਨਾਂ ਤੋਂ ਝਾਕ ਛੱਡ ਕੇ ਲੋਕਾਂ ਨੂੰ ਆਪਣੀ ਇਸ ਜਮਾਤ ਨਾਲ ਆ ਕੇ ਸਾਂਝ ਪ੍ਰਗਟਾਉਣੀ ਚਾਹੀਦੀ ਹੈ। ਤੇ ਅੱਜ ਅਸੀਂ ਪਟਿਆਲੇ ਦੇ ਵਿੱਚ ਵੀ ਦੇਖ ਰਹੇ ਹਾਂ ਕਿ ਸਾਡੇ ਸਿੱਖ ਮੁਸਲਿਮ ਭਾਈਚਾਰੇ ਦੇ ਲੋਕ ਨੇ ਬਹੁਤ ਵੱਡੀ ਪੱਧਰ ਤੇ ਜਿੱਥੇ ਸ਼ਾਮਲ ਹੋਏ ਨੇ ਸੰਘਰਸ਼ ਦੇ ਵਿੱਚ, ਇੱਥੇ ਲੋਕਾਂ ਵਾਸਤੇ ਲੰਗਰ ਲੈ ਕੇ ਆ ਰਹੇ ਨੇ, ਲੋਕਾਂ ਨੂੰ ਭਾਈਚਾਰਕ ਸਾਂਝ ਦਾ ਹੋਕਾ ਦੇ ਰਹੇ ਨੇ। ਇਸ ਕਰਕੇ ਇਸ ਕਿਸਮ ਦੀ ਪਾਰਟਿਸਪੇਸ਼ਨ ਨੇ ਲੋਕਾਂ ਦੀ ਤਾਕਤ ਨੂੰ ਬਲ ਬਖਸ਼ਣਾ ਹੈ ਤੇ ਇੱਥੋਂ ਦੇ ਸੰਘਰਸ਼ ਨੇ ਜੇਤੂ ਹੋ ਕੇ ਨਿਕਲਣਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਸਮੇਂ ਦੀ ਲੋੜ ਹੈ ਕਿ ਅਸੀਂ ਅਜਿਹੀਆਂ ਤਾਕਤਾਂ ਤੋਂ, ਗਲਤ ਤਾਕਤਾਂ ਤੋਂ ਏਕੇ ਨਾਲ ਜਿਹੜਾ ਇਕੱਠ ਕਰਕੇ ਬਚਿਆ ਜਾ ਸਕਦਾ ਔਰ ਆਉਣ ਵਾਲੇ ਸਮੇਂ ਨੂੰ ਜਿਹੜਾ ਉਹ ਸਾਂਭਿਆ ਜਾ ਸਕਦਾ ਹੈ। ਕੈਮਰਾਮੈਨ ਡਿੰਪਲ ਵਸਿਸ਼ਟ ਦੇ ਨਾਲ ਮੈਂ ਕਾਸਿਫ ਫਾਰੂਕੀ, ਹਕੀਕਤ ਟੀਵੀ ਪੰਜਾਬੀ, ਦਬਲਾਨ, ਪਟਿਆਲਾ।